ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੂਰੋਂ ਨੇੜਿਓਂ ਚੱਲ ਕੇ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਮੈਂ ਦੇਖ ਰਿਹਾ ਇੱਧਰੋਂ ਜਲੰਧਰ ਤੋਂ ਸਾਡੇ ਵੀਰ ਹੋਣੀ ਵੀ ਪਹੁੰਚੇ ਨੇ, ਪਿੰਡ ਤਲਵਣ ਦੀ ਸੰਗਤ ਬੈਠੀ ਆ ਅਤੇ ਸਲਾਣੇ ਤੋਂ ਵੀ ਸੰਗਤ ਆਈ ਆ, ਛੌਂਟੀ ਤੋਂ ਵੀ ਸੰਗਤ ਆਈ ਆ, ਦੂਰੋਂ ਦੂਰੋਂ ਸੰਗਤਾਂ ਜਿੰਨੀਆਂ ਵੀ ਪਹੁੰਚੀਆਂ ਨੇ ਸਾਰਿਆਂ ਦਾ ਧੰਨਵਾਦ ਕਰਦੇ ਹਾਂ, ਜੀ ਆਇਆਂ ਆਖਦੇ ਹਾਂ ਜੀ। ਅਤੇ ਗੱਲ ਹੁਣ ਕਿਸਾਨੀ ਦੀ ਚੱਲੀ ਆ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੋਂ ਸਾਡਾ ਰਾਜ ਜਿਹੜਾ ਸਥਾਪਿਤ ਹੋਇਆ ਅਤੇ ਉਸ ਤੋਂ ਪਹਿਲਾਂ ਜਿਹੜੀਆਂ ਜ਼ਮੀਨਾਂ ਸਾਨੂੰ ਵੰਡੀਆਂ ਗਈਆਂ ਨੇ, ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਉਹਨਾਂ ਨੇ ਦਿੱਤੀਆਂ ਇਹ ਜ਼ਮੀਨਾਂ ਨੇ। ਜਿਵੇਂ ਆਪਾਂ ਤੁਸੀਂ ਸਾਰੇ ਹੀ ਇਤਿਹਾਸ ਇੱਥੇ ਸਰਵਣ ਕੀਤਾ ਹੈ ਢਾਡੀ ਜੱਥਿਆਂ ਪਾਸੋਂ, ਅਤੇ ਉਹਨਾਂ ਨੇ ਸਰਹੰਦ ਫਤਿਹ ਤੱਕ ਦਾ ਇਤਿਹਾਸ ਆਪਾਂ ਨੂੰ ਦੱਸਿਆ। ਅਤੇ ਉਸ ਤੋਂ ਬਾਅਦ ਸਰਹੰਦ ਫਤਿਹ ਕਰਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਹੁਕਮ ਸੀ ਪੰਜਾਬ ਦੇ ਵਿੱਚ ਜਿੰਨੇ ਵੀ ਵਾਸੀ ਨੇ ਬਿਨਾਂ ਕਿਸੇ ਭੇਦਭਾਵ ਤੋਂ ਇਹਨਾਂ ਨੂੰ ਜ਼ਮੀਨਾਂ ਦੇ ਆਪ ਮਾਲਕ ਬਣਾਇਆ ਜਾਵੇ। ਜੋ ਇੱਥੋਂ ਦਾ ਵਪਾਰੀ ਵਰਗ ਸੀ ਉਹਦੇ ਕੋਲੋਂ ਜ਼ਮੀਨਾਂ ਖੋਹ ਕੇ ਇਹਨਾਂ ਕਿਸਾਨਾਂ ਨੂੰ ਦਿੱਤੀਆਂ ਜਾਣ ਤਾਂ ਜੋ ਇਹ ਕਿਸੇ ਨੂੰ ਕਿਸੇ ਪ੍ਰਕਾਰ ਦਾ ਕੋਈ ਟੈਕਸ ਜਾਂ ਕੋਈ ਹੋਰ ਵਾਧੂ ਪੈਸਾ ਨਾ ਦੇਣ। ਅਤੇ ਇਹ ਚੱਲਦਾ ਚੱਲਦਾ ਕੰਮ ਚੱਲੀ ਗਿਆ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਆ ਕੇ ਗੱਲ ਖੜ੍ਹਦੀ ਹੈ ਜੀ। ਅਤੇ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਬਾਅਦ ਜਦੋਂ ਅਕਾਲੀ ਫੂਲਾ ਸਿੰਘ ਜੀ ਦੀ ਸ਼ਹੀਦੀ ਹੁੰਦੀ ਹੈ, ਉਸ ਤੋਂ ਬਾਅਦ ਅਕਾਲ ਤਖਤ ਦੇ ਬਣੇ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਜਿਨ੍ਹਾਂ ਦਾ ਗੁਰਦੁਆਰਾ ਸ਼ਹੀਦ ਸਿੰਘਾਂ ਦੇ ਨਾਮ 'ਤੇ ਬਣਿਆ ਵਾ ਸੋਹਾਣਾ, ਅਤੇ ਉੱਥੋਂ ਸਾਡੇ ਰਾਜ ਦੀ ਸਮਾਪਤੀ ਬਿਲਕੁਲ ਹੋ ਜਾਂਦੀ ਹੈ। ਅਤੇ ਉਸ ਤੋਂ ਬਾਅਦ ਅਸੀਂ ਜਮਾਂ ਹੀ ਗੁਲਾਮੀ ਦੇ ਵਿੱਚ ਡੁੱਬ ਜਾਂਦੇ ਹਾਂ। ਅਤੇ ਉਸ ਤੋਂ ਬਾਅਦ ਸਾਡੇ ਸ਼ਹੀਦਾਂ ਨੇ, ਸਾਡੇ ਸਿੰਘਾਂ ਨੇ ਜਿੰਨੇ ਵੀ ਪੰਜਾਬ ਦੇ ਵਾਸੀ ਸੀਗੇ ਉਹਦੇ ਵਿੱਚ ਅਸੀਂ ਨੇ ਆਪਣੇ ਮੁਗਲਾਂ ਤੋਂ ਪਹਿਲਾਂ ਆਜ਼ਾਦ ਕਰਾਇਆ, ਫਿਰ ਅੰਗਰੇਜ਼ਾਂ ਦਾ ਰਾਜ ਆ ਗਿਆ। ਅੰਗਰੇਜ਼ਾਂ ਨੇ ਸਾਨੂੰ ਪੂਰਾ ਦਬਲਿਆ ਕੁਚਲਿਆ ਭਾਰਤ ਨੂੰ, ਅਤੇ ਆਖਿਰ ਦੇ ਵਿੱਚ ਉਹ ਪੰਜਾਬ ਆ ਕੇ ਵੜ ਜਾਂਦੇ ਨੇ। ਅਤੇ ਜਦੋਂ ਪੰਜਾਬ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕਰੀ ਆ ਉਸ ਦਿਨ ਤੋਂ ਹੀ ਪੰਜਾਬੀਆਂ ਨੇ ਪੂਰੀ ਜ਼ਬਰਦਸਤ ਉਹਨਾਂ ਦਾ ਵਿਰੋਧ ਕਰਿਆ ਅਤੇ ਆਪਣੇ ਹੱਕਾਂ ਦੀ ਪੂਰੀ ਨਿਰਧੜਕ ਹੋ ਕੇ ਮੰਗ ਕਰੀ ਆ। ਅਤੇ ਉਹਨਾਂ ਤੋਂ ਬਾਅਦ ਗੱਲ 1919 ਵਾਲੇ ਘਟਨਾ 'ਤੇ ਚਲੇ ਜਾਂਦੀ ਹੈ, ਜਲ੍ਹਿਆਂਵਾਲੇ ਬਾਗ 'ਤੇ, ਜਦੋਂ ਮਾਈਕਲ ਐਡਵਾਇਰ ਅਤੇ ਜਰਨਲ ਐਡਵਾਇਰ ਦੋਵਾਂ ਨੇ ਮਾਈਕਲ ਐਡਵਾਇਰ ਦੀ ਅਗਵਾਈ ਦੇ ਵਿੱਚ ਜਰਨਲ ਐਡਵਾਇਰ ਨੇ ਹਮਲਾ ਕਰਤਾ। ਅਤੇ ਉਸ ਤੋਂ ਬਾਅਦ ਚਿਣਕ ਲੱਗੀ ਆ ਬਾਬਾ ਊਧਮ ਸਿੰਘ ਜੀ ਉਹਨਾਂ ਦੀ। ਊਧਮ ਸਿੰਘ ਜੀ ਉਹਨੀ ਹੋ ਗਏ ਭਗਤ ਸਿੰਘ ਜੀ, ਸ਼ਹੀਦ ਕਰਤਾਰ ਸਿੰਘ ਜੀ ਸਰਾਭਾ, ਅਤੇ ਇਹਨਾਂ ਨੇ ਆਪਣੀਆਂ ਸਾਰੀਆਂ ਕੁਰਬਾਨੀਆਂ ਕੀਤੀਆਂ ਨੇ ਅਤੇ ਪੂਰੇ ਜ਼ੋਰ ਦੇ ਨਾਲ ਦੇਸ਼ ਨੂੰ ਆਜ਼ਾਦ ਕਰਵਾਇਆ। ਆਜ਼ਾਦ ਕਰਵਾਉਣ ਤੋਂ ਬਾਅਦ ਦੋ ਦੇਸ਼ ਬਣ ਗਏ, ਪਾਕਿਸਤਾਨ ਅਤੇ ਭਾਰਤ। ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲੇ ਸਿੱਖ 90% ਕੁਰਬਾਨੀਆਂ ਕਰੀਆਂ ਨੇ। ਅਤੇ ਇਹਨਾਂ ਦੇ ਨਹਿਰੂ ਗਾਂਧੀ ਨੇ ਜਦੋਂ ਊਧਮ ਸਿੰਘ ਜੀ ਨੇ ਮਾਈਕਲ ਐਡਵਾਇਰ ਠੋਕਿਆ, ਅਤੇ ਸਾਨੂੰ ਤਾਂ ਇਤਿਹਾਸ ਦੇ ਵਿੱਚ ਇਹੀ ਪੜ੍ਹਾਇਆ ਗਿਆ ਕਿ ਭਾਈ ਜਰਨਲ ਡਾਇਰ ਠੋਕਿਆ ਊਧਮ ਸਿੰਘ ਨੇ, ਪਰ ਜਰਨਲ ਡਾਇਰ ਤਾਂ ਉੱਥੇ ਕੋਈ ਦੌਰਾ ਪੈਣ ਨਾਲ ਮਰ ਗਿਆ ਸੀ। ਅਤੇ ਸੰਸਦ ਦੇ ਵਿੱਚ ਜਾ ਕੇ ਤੁਸੀਂ ਇਤਿਹਾਸ ਪੜ੍ਹ ਲਿਓ, ਪਿਛਲੇ ਸਾਲ 2019 ਦੇ ਵਿੱਚ ਇੰਗਲੈਂਡ ਨੇ ਕਿਤਾਬਾਂ ਜਨਤਕ ਕਰਤੀਆਂ ਸਾਰੀਆਂ। ਉਹਨਾਂ ਨੇ ਕਿਹਾ ਸੀ 100 ਸਾਲ ਕਿਤਾਬਾਂ ਜਨਤਕ ਨਹੀਂ ਕਰਨੀਆਂ, ਪਰ ਉਹਨਾਂ ਨੂੰ ਕਿਸੇ ਗੱਲ ਕਰਕੇ ਉਹਨਾਂ ਨੇ ਉੱਥੋਂ ਦੀ ਜਿਹੜੀ ਵੀ ਮੁਖੀ ਆ ਉਹਨਾਂ ਨੇ ਕਿਤਾਬਾਂ ਜਨਤਕ ਕਰਤੀਆਂ। ਅਤੇ ਹੁਣ ਗੱਲਾਂ ਪਤਾ ਲੱਗਦੀਆਂ ਨੇ ਕਿ ਵੀ ਮਾਈਕਲ ਐਡਵਾਇਰ ਠੋਕਿਆ ਸੀ। ਅਸੀਂ ਤਾਂ ਹੁਣ ਤੱਕ ਕਹੀ ਗਏ ਜਰਨਲ ਡਾਇਰ ਠੋਕਿਆ। ਮਾਈਕਲ ਐਡਵਾਇਰ ਠੋਕਣ ਤੋਂ ਬਾਅਦ ਇੱਥੋਂ ਦੇ ਜਿਹੜੇ ਮੁਖੀ ਸੀਗੇ ਨਹਿਰੂ ਅਤੇ ਗਾਂਧੀ, ਇਹਨਾਂ ਨੇ ਬੜੀ ਸਾਡੇ ਸਿੰਘਾਂ ਦੀ, ਬਾਬਾ ਊਧਮ ਸਿੰਘ ਉਹਨਾਂ ਦੀ ਇਹ ਗੱਲ ਕਹੀ ਆ ਵੀ ਊਧਮ ਸਿੰਘ ਉਹਨਾਂ ਨੇ ਬਹੁਤ ਗਲਤ ਕਰਿਆ, ਅਸੀਂ ਇਹਦੀ ਨਿੰਦਾ ਕਰਦੇ ਹਾਂ। ਉਸ ਤੋਂ ਹੀ ਇਸ ਦੇਸ਼ ਨੇ ਰਵੱਈਆ ਸ਼ੁਰੂ ਕਰਤਾ ਸੀਗਾ ਸਿੱਖਾਂ ਦੇ ਵਿਰੁੱਧ ਅਤੇ ਪੰਜਾਬ ਦੇ ਵਿਰੁੱਧ। ਅਤੇ ਅੱਜ ਗੱਲ ਬਹੁਤ ਅੱਗੇ ਚਲੇ ਗਈ ਆ ਸਾਡੇ ਪੰਜਾਬ 'ਤੇ। ਗੱਲ 1947 ਦੇ ਵਿੱਚ ਦੇਸ਼ ਆਜ਼ਾਦ ਹੋਇਆ, ਥੋੜ੍ਹੇ ਦਿਨਾਂ ਬਾਅਦ ਹੀ ਵਿਤਕਰੇ ਸ਼ੁਰੂ ਹੋਣੇ ਹੋ ਗਏ। ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਸਾਡੇ ਨਾਲ ਜਿਹੜੀਆਂ ਸੰਧੀਆਂ ਕਰੀਆਂ ਸੀ ਵੀ ਪੰਜਾਬ ਆਪਣਾ ਆਪ ਖੁਦ ਮੁਖਤਿਆਰੀ ਕਰੂਗਾ, ਉਹ ਸਾਰੇ ਵਾਅਦੇ ਇਹ ਭੁੱਲ ਗਏ ਅਤੇ ਅੱਜ ਇਹਨਾਂ ਨੇ ਆਪਣਾ ਰਾਜ ਕਰਿਆ। ਅਤੇ ਸਾਡੀਆਂ ਖੇਡਾਂ, ਸਾਡਾ ਵਪਾਰ, ਸਾਡੀ ਖੇਤੀਬਾੜੀ, ਇੱਥੋਂ ਤੱਕ ਸਾਡੇ ਲੀਡਰ, ਰਾਜਨੀਤੀ ਜਿਹਦੇ ਸਿਰ 'ਤੇ ਪੂਰਾ ਦੇਸ਼ ਚੱਲਦਾ, ਡੈਮੋਕ੍ਰੇਸੀ ਕਹੀ ਜਾਂਦੀ ਹੈ। ਨਾ ਸਾਡੇ ਕੋਲ ਕੋਈ ਖਿਡਾਰੀ ਆ ਪੰਜਾਬ ਦੇ ਵਿੱਚ, ਨਾ ਸਾਡੇ ਕੋਲ ਕੋਈ ਵਪਾਰੀ ਰਿਹਾ, ਨਾ ਸਾਡੇ ਕੋਲ ਕੋਈ ਲੀਡਰ ਰਿਹਾ, ਅਤੇ ਨਾ ਸਾਡੇ ਕੋਲ ਸਾਡੇ ਧਰਮ ਸੁਰੱਖਿਅਤ ਨੇ। ਪੰਜਾਬ ਦਾ ਬੇੜਾ ਗਰਕ ਕਰਤਾ ਇਸ ਭਾਰਤ ਨੇ। ਅਤੇ ਸਭ ਤੋਂ ਵੱਡੀ ਗੱਲ, ਦੋ ਦੇਸ਼ਾਂ ਨੂੰ ਆਜ਼ਾਦ ਕਰਾਉਣ ਵਾਲਾ, ਦੋ ਦੇਸ਼ ਤਾਂ ਆਪਣੀ ਪੂਰੀ ਖੁਸ਼ੀ ਮਨਾ ਰਹੇ ਸੀਗੇ ਅਤੇ ਪੂਰੇ ਪੰਜਾਬ ਦੇ ਵਿੱਚ ਬੈਨ ਪੈ ਰਹੇ ਸੀਗੇ। 10 ਲੱਖ ਤੋਂ ਵੱਧ ਕੁਰਬਾਨੀਆਂ ਹੋਈਆਂ ਨੇ 1947 ਦੇ ਵਿੱਚ। 1947 ਦੀ ਆਜ਼ਾਦੀ ਤੋਂ ਬਾਅਦ ਜੇ ਸਾਡਾ ਆਪਣਾ ਵੱਖਰਾ ਕੋਈ ਮੁਲਕ ਬਣਦਾ, ਪ੍ਰਦੇਸ਼ ਬਣਦਾ, ਅਤੇ ਸਾਡੀਆਂ 90% ਕੁਰਬਾਨੀਆਂ ਸਾਡੀਆਂ ਕਿਸੇ ਕੰਮ ਨਹੀਂ ਆਈਆਂ। ਸਾਰੀਆਂ ਕੁਰਬਾਨੀਆਂ ਭਾਰਤ ਦੇ ਲੇਖੇ ਲੱਗ ਗਈਆਂ।
ਸਾਨੂੰ ਇਹ ਨਹੀਂ ਪਤਾ ਹੈਗਾ ਕਿਹੜੀਆਂ ਕੁਰਬਾਨੀਆਂ ਹੋਈਆਂ ਨੇ। ਕੌਣ ਸੀ ਗਦਰੀ ਬਾਬੇ, ਕੌਣ ਸੀ ਊਧਮ ਸਿੰਘ, ਕੌਣ ਸੀ ਸ਼ਹੀਦ ਕਰਤਾਰ ਸਿੰਘ ਸਰਾਭਾ। ਊਧਮ ਸਿੰਘ ਨੇ ਉਹ ਵੇਲਿਆਂ ਦੇ ਵਿੱਚ ਹਾਲੀਵੁੱਡ ਫਿਲਮਾਂ ਦੇ ਵਿੱਚ ਕੰਮ ਕਰਤਾ ਸੀ, ਜਦੋਂ ਪੰਜਾਬ ਤੇ ਭਾਰਤ ਵਾਸੀਆਂ ਨੂੰ ਇਹ ਵੀ ਨਹੀਂ ਪਤਾ ਸੀ ਹਾਲੀਵੁੱਡ ਹੁੰਦਾ ਕੀ ਆ। ਹਾਲੀਵੁੱਡ ਤੋਂ ਬਾਅਦ ਉਹਨਾਂ ਨੇ ਪੂਰੇ ਦੁਨੀਆ ਦੇ ਵਿੱਚ ਸਾਈਕਲ ਤੋਂ ਲੈ ਕੇ ਜਹਾਜ਼ ਤੱਕ ਹਰ ਇੱਕ ਚੀਜ਼ ਉਹਨਾਂ ਨੇ ਚਲਾਈ ਆ, ਤੇ ਸਾਨੂੰ ਅੱਜ ਤੱਕ ਇਹ ਦੱਸਿਆ ਹੀ ਨਹੀਂ ਗਿਆ। ਸਾਨੂੰ ਦੱਸਿਆ ਗਿਆ ਆਜ਼ਾਦੀ ਇਹਨਾਂ ਦੇ ਨਾਲ ਆਈ ਆ, ਚਰਖਿਆਂ ਦੇ ਨਾਲ, ਪਰ ਨਹੀਂ ਖਾਲਸਾ ਜੀ। ਊਧਮ ਸਿੰਘ ਜੀ ਨੇ ਪੂਰਾ ਦੁਨੀਆ ਦੇ ਵਿੱਚ ਘੁੰਮਿਆ। ਉਹਨਾਂ ਨੇ ਇੱਕ ਆਸਟ੍ਰੇਲੀਆ ਵਰਗੇ ਕੁਝ ਕੁ ਦੇਸ਼ਾਂ ਦੇ ਵਿੱਚ ਫੇਰੀ ਨਹੀਂ ਪਾਈ। ਸਾਨੂੰ ਤਾਂ ਇਹੀ ਦੱਸਿਆ ਗਿਆ ਵੀ ਅਸੀਂ ਸਿੱਧਾ ਇੰਗਲੈਂਡ 'ਚ ਗਿਆ ਊਧਮ ਸਿੰਘ, ਪਰ ਨਹੀਂ, ਇਹ ਭੁਲੇਖਾ ਸੀ। ਊਧਮ ਸਿੰਘ ਪਹਿਲਾਂ ਹੋਰਾਂ ਦੇਸ਼ਾਂ ਦੇ ਵਿੱਚੋਂ ਆਉਂਦਾ ਹੋਇਆ 6-7 ਕੰਟਰੀਆਂ ਦੇ ਵਿੱਚ ਘੁੰਮਦਾ, ਫਿਰ ਜਾ ਕੇ ਇੰਗਲੈਂਡ ਦੇ ਵਿੱਚ ਵੜਿਆ, ਤੇ ਉਸ ਤੋਂ ਬਾਅਦ ਉੱਥੇ ਫਿਰ ਸਜ਼ਾ ਵੀ ਹੋਈ ਆ। ਫਿਰ ਕਿਤੇ ਜਾ ਕੇ ਮਾਈਕਲ ਐਡਵਾਰ ਠੋਕਿਆ ਉਹਨਾਂ ਨੇ। ਊਧਮ ਸਿੰਘ ਜੀ ਇੱਕ ਯਤੀਮਖਾਨੇ ਵਿੱਚ ਰਹਿਣ ਵਾਲੇ ਸੀਗੇ, ਤੇ ਸਾਨੂੰ ਤਾਂ ਪਤਾ ਹੀ ਨਹੀਂ। ਸਾਨੂੰ ਤਾਂ ਇਦਾਂ ਸੀਗਾ ਕਿਤੇ ਸੁਨਾਮ ਤੋਂ ਉਹਨਾਂ ਨੇ ਕਿਤੇ ਇਹ ਹੱਲਾ ਸੁਣਿਆ ਤੇ ਉੱਥੇ ਜਾ ਕੇ ਅੰਮ੍ਰਿਤਸਰ ਮੱਥਾ ਟੇਕਣ ਗਏ ਹੋਣੇ, ਪਰ ਨਹੀਂ, ਇਹ ਸਾਨੂੰ ਪੜ੍ਹਾਇਆ ਹੀ ਨਹੀਂ ਗਿਆ। ਸਾਨੂੰ ਤਾਂ ਆਜ਼ਾਦੀ ਹੋਰੇ ਪੜ੍ਹਾਈ ਗਈ ਆ ਕਿਤਾਬਾਂ ਦੇ ਵਿੱਚ, ਤੇ ਭਾਰਤ ਆਜ਼ਾਦ ਹੋਣ ਦੇ ਨਾਲ ਜਿਹੜੀਆਂ ਸਾਡੀਆਂ 90% ਕੁਰਬਾਨੀਆਂ ਨੇ ਉਹ ਜਮਾਂ ਹੀ ਅਜਾਈ ਗਈਆਂ ਨੇ, ਕਿਸੇ ਕੰਮ ਨਹੀਂ ਆਈਆਂ, ਕਿਉਂਕਿ ਸਾਡੇ ਕੋਲ ਸਾਡਾ ਰਾਜ ਨਹੀਂ ਰਿਹਾ। ਸਾਡੇ ਕੋਲ ਕੋਈ ਰਾਜ ਭਾਗ ਸਾਡਾ ਖੋਹ ਲਿਆ ਇਹਨਾਂ ਨੇ, ਤੇ ਅਸੀਂ ਬੜੇ ਹੁੱਬ ਕੇ ਕੁਰਬਾਨੀਆਂ ਕਰੀਆਂ ਨੇ ਸਾਡੇ ਵੱਡੇ ਵਡੇਰਿਆਂ ਨੇ, ਤੇ ਕਿਸੇ ਕੰਮ ਨਹੀਂ ਆਈ ਸਾਡੀ ਕੁਰਬਾਨੀ। ਇਸ ਤੋਂ ਬਾਅਦ ਜਦੋਂ ਊਧਮ ਸਿੰਘ ਜੀ ਉਹਨੇ ਇੱਥੇ ਅੰਮ੍ਰਿਤਸਰ ਦੇ ਵਿੱਚ ਰਹਿੰਦੇ ਸੀਗੇ, ਜੱਲਿਆਂਵਾਲੇ ਬਾਗ ਦੀ ਘਟਨਾ ਹੋਈ ਆ, ਉਸ ਤੋਂ ਬਾਅਦ ਉਹਨਾਂ ਨੇ ਦੇਖਿਓ ਆਪਣੇ ਚਾਚਾ ਜੀ ਕੋਲ ਰਹਿੰਦੇ ਸੀਗੇ। ਚਾਚਾ ਜੀ ਤੋਂ ਬਾਅਦ ਉਹਨਾਂ ਦੀ ਡੈਥ ਹੋ ਗਈ ਚਾਚਾ ਜੀ ਦੀ, ਤੇ ਫਿਰ ਉਹ ਆਪਣੇ ਯਤੀਮਖਾਨੇ ਦੇ ਵਿੱਚ ਰਹਿੰਦੇ ਸੀ। ਫਿਰ ਊਧਮ ਸਿੰਘ ਦੀ, ਭਗਤ ਸਿੰਘ ਦੀ ਲਗਾਤਾਰ ਚਿੱਠੀਆਂ ਦੇ ਵਿੱਚ ਗੱਲਬਾਤ ਹੁੰਦੀ ਰਹੀ, ਤਕਰੀਬਨ ਕਈ ਸਾਲ ਬਾਅਦ। ਇਹ ਨਹੀਂ ਹੈਗਾ ਵੀ ਉਹਨੇ ਇੰਨਾ ਸਾਲ ਸਬਰ ਨਹੀਂ ਕਰਿਆ ਸੀਗਾ ਊਧਮ ਸਿੰਘ ਨੇ। ਊਧਮ ਸਿੰਘ ਦਾ ਕਿਤੇ ਬਸ ਲੋਟ ਹੀ ਨਹੀਂ ਆਇਆ ਕੰਮ, ਬੜੇ ਸਾਲ ਲੱਗ ਗਏ। ਉਹਨੇ ਬੜੇ ਦੇਸ਼ਾਂ ਦੇ ਵਿੱਚ ਘੁੰਮਿਆ, 15 ਨਾਮਾਂ ਦੇ ਉਹਦੇ ਪਾਸਪੋਰਟ ਸੀਗੇ, ਤੇ ਕਦੇ ਜੰਮੂ, ਊਧਮ ਸਿੰਘ ਜੰਮੂ ਉਹਨਾਂ ਦਾ ਨਾਮ ਸੀਗਾ, ਜੰਮੂ ਗੋਤ ਸੀਗਾ ਉਹਨਾਂ ਦਾ। ਇਸ ਤੋਂ ਬਾਅਦ ਆਜ਼ਾਦ ਭਾਰਤ ਦੇ ਵਿੱਚ ਆ ਜਾਂਦੇ ਆ ਹੁਣ, ਤੇ ਇੱਥੇ ਸਾਡੀ ਹਾਲਾਤ ਕੀ ਹੋਏ ਵੇ ਨੇ। ਗੱਲ ਚੱਲੀ ਆ, ਤੇ ਪਹਿਲਾਂ ਤਾਂ ਪੰਜਾਬੀ ਸੂਬੇ ਦੀ ਗੱਲ ਕਰੀਏ। ਪਹਿਲਾਂ ਸਾਡਾ 56% ਹਿੱਸਾ ਪੂਰੇ ਪੰਜਾਬ ਦਾ, ਜਿਹੜਾ ਮਹਾਰਾਜਾ ਰਣਜੀਤ ਸਿੰਘ ਤੇ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਸਾਨੂੰ ਲੈ ਕੇ ਦਿੱਤਾ। 100% ਦੇ ਵਿੱਚੋਂ 56% ਹਿੱਸਾ ਸਾਡਾ ਰਹਿ ਗਿਆ ਪਾਕਿਸਤਾਨ ਦੇ ਵਿੱਚ, ਤੇ 44% ਹਿੱਸਾ ਸਾਨੂੰ ਮਿਲਿਆ ਭਾਰਤ ਦੇ ਵਿੱਚ। 44 ਦੇ ਵਿੱਚੋਂ 30% ਇਹਨਾਂ ਨੇ ਬਣਾਤਾ ਹਰਿਆਣਾ, ਹਿਮਾਚਲ, ਚੰਡੀਗੜ੍ਹ, ਤੇ ਕੁਝ ਹਿੱਸਾ ਦਿੱਲੀ ਨੂੰ ਦੇਤਾ, ਤੇ ਸਾਡੇ ਕੋਲ ਰਹਿ ਗਿਆ ਅੱਜ 14% ਪੰਜਾਬ ਦੇ। ਜੇ ਅਸੀਂ ਹੱਕਾਂ ਦੀ ਗੱਲ ਕਰਨ ਲੱਗਦੇ ਹਾਂ, 1978 ਦੀ ਗੱਲ ਕਰੀਏ, ਸੰਤ ਜਰਨੈਲ ਸਿੰਘ ਜੀ ਟਕਸਾਲ ਦੇ ਮੁਖੀ ਥਾਪੇ ਗਏ, ਉਹਨਾਂ ਨੇ ਹੱਕਾਂ ਦੀ ਗੱਲ ਕਰੀ ਆ ਅੱਗੇ ਆ ਕੇ, ਤੇ ਉਹਨਾਂ ਨੂੰ ਅੱਤਵਾਦੀ ਬਣਾਤਾ। ਤੇ ਮੋਰਚੇ ਦੀ ਸਭ ਤੋਂ ਪਹਿਲੀ ਸਫਲਤਾ ਇਹ ਆ ਕਿ ਜਿਸ ਨੂੰ ਪੂਰਾ ਦੇਸ਼ ਅੱਤਵਾਦੀ ਕਹਿ ਰਿਹਾ ਸੀ, ਅੱਜ ਸਾਰਾ ਦੇਸ਼ ਉਸ ਨੂੰ ਯਾਦ ਕਰਦਾ ਕਿ ਜਰਨੈਲ ਸਿੰਘ ਨੇ ਜਿਹੜੀ ਹੱਕਾਂ ਦੀ ਗੱਲ ਕਰੀ ਆ ਉਹ ਬਿਲਕੁਲ ਸਹੀ ਸੀ। ਕੋਈ ਲੀਡਰ ਨਹੀਂ ਪੰਜਾਬ ਦਾ ਜਿਹਨੇ ਸੰਤ ਜਰਨੈਲ ਸਿੰਘ ਦੀ ਗੱਲ ਕਰੀ ਹੋਵੇ। ਤੇ ਇੱਥੇ ਸ਼ੰਭੂ ਬੈਰੀਅਰ ਤੇ ਪੂਰੇ ਸੰਤਾਂ ਦੀ ਹਿੱਕ ਠੋਕ ਕੇ ਪੂਰੀ ਤਾੜੀ ਵਜਾ ਕੇ ਗੱਲ ਹੋਈ ਆ, ਤੇ ਉਹਨਾਂ ਨੇ ਜੋ ਕੰਮ ਕਰੇ ਨੇ। ਉਸ ਤੋਂ ਬਾਅਦ ਸਾਨੂੰ ਖਾੜਕੂਵਾਦ ਦੇ ਵਿੱਚ ਸੰਘਰਸ਼ ਨੂੰ ਸਾਡੇ ਡੋਬਿਆ ਗਿਆ, ਤੇ ਸੰਘਰਸ਼। ਤੇ ਹੁਣ ਰਹੀ ਗੱਲ ਦਿੱਲੀ ਦੀ, ਤੇ ਸਾਡੇ ਕੋਲ ਅੱਜ ਵੀ ਦਿੱਲੀ ਦਾ ਤਖਤ ਦਰਬਾਰ ਸਾਹਿਬ ਪਿਆ ਅੰਮ੍ਰਿਤਸਰ। ਅੱਜ ਵੀ ਅਸੀਂ ਦਿੱਲੀ ਨੂੰ ਜਿੱਤ ਲਈਏ, ਪਰ ਉਹਦੇ ਵਿੱਚ ਸਾਨੂੰ ਜਿਹੜਾ ਸਭ ਤੋਂ ਵੱਡਾ ਧੋਖਾ ਮਿਲਦਾ, ਜਿਵੇਂ ਮਹਾਰਾਜਾ ਰਣਜੀਤ ਸਿੰਘ ਤੋਂ ਵੇਲੇ ਤੋਂ ਪਹਿਲਾਂ ਤਾਂ ਡੋਗਰਿਆਂ ਨੇ ਧੋਖਾ ਕਰਿਆ, ਫਿਰ ਬਾਬਾ ਹਨੂਮਾਨ ਸਿੰਘ ਜੀ ਨਾਲ ਪਟਿਆਲੇ ਦੀ ਰਿਆਸਤ ਨੇ ਵੀ ਧੋਖਾ ਬਹੁਤ ਵੱਡਾ ਕਰਿਆ, ਤੇ ਸੂਹ ਦਿੱਤੀ ਹੈ ਵੀ ਹਨੂਮਾਨ ਸਿੰਘ ਜੀ ਇੱਥੇ ਬੈਠੇ ਨੇ। ਤੇ ਜਦੋਂ ਸਾਡੇ ਰਾਜ ਦਾ ਅੰਤ ਹੋਇਆ, ਉਸ ਤੋਂ ਬਾਅਦ ਸਾਨੂੰ ਸਮਝ ਨਹੀਂ ਆਈ ਵੀ ਅਸੀਂ ਹੁਣ ਕਰਨਾ ਕੀ ਆ। ਅਸੀਂ ਗੁਲਾਮ ਹੁੰਦੇ ਗਏ, ਤੇ ਹੁਣ ਇਸੇ ਤਰ੍ਹਾਂ 1984 ਦੇ ਵਿੱਚ ਸਾਡਾ 3-4 ਸਾਲਾਂ ਦਾ ਜਿਹੜਾ ਸੰਘਰਸ਼ ਸੀ ਸਾਡੇ ਬਜ਼ੁਰਗਾਂ ਨੇ ਕਰਿਆ। ਉਸ ਤੋਂ ਬਾਅਦ ਇੱਥੇ ਹਰੀ ਕ੍ਰਾਂਤੀ ਲਿਆਂਦੀ, ਇੱਥੇ ਲੀਡਰ ਪੈਦਾ ਕਰੇ ਗਏ। ਸੰਤ ਜਰਨੈਲ ਸਿੰਘ ਜੀ ਦੀ ਅਗਵਾਈ ਦੇ ਵਿੱਚ ਨੌਜਵਾਨ ਚੱਲ ਰਹੇ ਸੀ, ਸੰਘਰਸ਼ ਪੂਰਾ ਸਿਖਰਾਂ ਤੇ ਸੀ। 1992 ਤੱਕ ਅਸੀਂ ਪੂਰਾ ਮੋਰਚਾ ਸਾਡਾ ਫਤਿਹ ਹੋ ਜਾਣਾ ਸੀ। ਗੱਲ ਸਾਡੇ ਵਿੱਚ ਲੀਡਰ ਇਹੋ ਜਿਹੇ ਆ ਗਏ, ਬੇਅੰਤ ਸਿੰਘ ਬੁੱਚੜ ਵਰਗੇ, ਜਿਨ੍ਹਾਂ ਨੇ ਸਾਡੇ ਨੌਜਵਾਨਾਂ ਨੂੰ ਘਰਾਂ ਤੋਂ ਕੱਢ ਕੇ ਤੇ ਸਾਡੇ ਖੇਤਾਂ 'ਚ ਜਾਂਦੇ ਬਜ਼ੁਰਗਾਂ ਨੂੰ, ਸਾਡੇ ਵੀਰਾਂ ਨੂੰ, ਸਾਡੇ ਪਿਤਾ ਦੇ ਉਮਰ ਦੇ ਸਾਰਿਆਂ ਨੂੰ ਠੋਕਿਆ, ਇਹਨਾਂ ਨੇ ਮਾਰਤਾ, ਤੇ ਸਾਡਾ ਸੰਘਰਸ਼ ਸਾਰਾ ਮਲੀਆ ਮੇਟ ਹੋ ਗਿਆ। ਸਾਡੀਆਂ ਕੁਰਬਾਨੀਆਂ ਇਹ ਵੀ ਖੂਹ ਖਾਤੇ ਨਹੀਂ ਗਈ ਪਈਆਂ ਕਿਸੇ, ਇਹ ਵੀ ਬਿਲਕੁਲ ਭੰਗ ਦੇ ਭਾਣੇ
ਥਾਣੇ ਚਲੇ ਗਈਆਂ। ਹੁਣ ਇਹ ਮੋਰਚਾ ਇੱਥੇ ਦੁਬਾਰਾ ਚੱਲਿਆ 2020 ਤੋਂ। ਹੁਣ ਸੰਘਰਸ਼ ਦੁਆਰਾ ਇਹ ਮੂਵਮੈਂਟ ਉੱਠੀ ਆ। ਇਸ ਮੂਵਮੈਂਟ ਦੇ ਵਿੱਚ ਸਭ ਤੋਂ ਪਹਿਲਾਂ ਸੰਤਾਂ ਨੇ ਇੱਕ ਗੱਲ ਕਹੀ ਸੀ ਕਿ ਜਦੋਂ ਤੱਕ ਅਸੀਂ ਆਨੰਦਪੁਰ ਆਪਣੇ ਘਰੇ ਨਹੀਂ ਵੜਦੇ ਉਦੋਂ ਤੱਕ ਸਾਨੂੰ ਕੋਈ ਹੱਕ ਨਹੀਂ ਮਿਲਣਾ। ਖਾਲਸਾ ਜੀ ਸਿੱਖੀ ਦੀ ਗੱਲ ਜ਼ਰੂਰੀ ਆ ਕਰਨੀ, ਕਿਉਂਕਿ ਜਦੋਂ ਤੱਕ ਅਸੀਂ ਸਿੱਖੀ ਦੀ ਗੱਲ ਨਹੀਂ ਕਰਦੇ ਪੰਜਾਬ ਸਿੱਖੀ ਅਤੇ ਖੇਤੀ ਦੇ ਸਿਰ ਤੇ ਖੜਾ ਹੈ। ਸਿੱਖੀ ਇੱਕ ਇਹੋ ਜਿਹੀ ਚੀਜ਼ ਆ ਜਿਸ ਦੀਆਂ ਜੇ ਉਦਾਹਰਨਾਂ ਦਈਏ ਤਾਂ ਬਹੁਤ ਛੋਟੀਆਂ ਨੇ। ਇੱਕ ਛੋਟੀ ਜਿਹੀ ਉਦਾਹਰਨ ਦਿੰਦਾ ਤੇ ਉਦਾਹਰਨ ਦਿੰਦੇ ਆ 1947 ਦੇ ਵੇਲੇ ਦੀ, ਜਦੋਂ ਭਾਈ ਰਣਧੀਰ ਸਿੰਘ ਜੀ ਧੀਰ ਜੇਲ੍ਹਾਂ ਦੇ ਵਿੱਚ ਸੀਗੇ। ਉਹਨਾਂ ਨੇ ਜਦੋਂ ਜੇਲ੍ਹ ਕੱਟ ਰਹੇ ਸੀ ਉੱਥੇ ਉਹਨਾਂ ਦਾ ਜਿਹੜਾ ਅੰਗਰੇਜ਼ੀ ਹੁਕਮਰਾਨ ਸੀ ਉਹ ਕਹਿੰਦਾ ਵੀ ਤੁਸੀਂ ਅੰਦਰ ਜੇਲ੍ਹ ਕਿਵੇਂ ਕੱਟ ਰਹੇ ਹੋ, ਵੀ ਤੁਹਾਡੇ ਕੋਲ ਕੋਈ ਆਉਂਦਾ ਜਾਂਦਾ ਨਹੀਂ, ਕਾਲ ਕੋਠੜੀ ਵਿੱਚ ਕਿਵੇਂ ਰਹਿ ਰਹੇ ਹੋ। ਤੇ ਉਹਨਾਂ ਨੇ ਕਿਹਾ ਮੇਰਾ ਨਾਨਕ ਮੇਰੇ ਨਾਲ ਹੈ। ਉਹ ਕਹਿੰਦੇ ਵੀ ਨਹੀਂ, ਤੇਰਾ ਨਾਨਕ ਤੇਰੇ ਨਾਲ ਨਹੀਂ, ਕੋਈ ਹੋਰ ਤੇਰੇ ਕੋਲ ਆਉਂਦਾ। ਉਹਨਾਂ ਨੇ ਸਾਰੇ ਰਜਿਸਟਰ ਦੇਖੇ, ਸਾਰੇ ਰਸਤੇ ਦੇਖੇ, ਕਹਿੰਦੇ ਵੀ ਨਹੀਂ ਰਣਧੀਰ ਸਿੰਘ ਇਕੱਲਾ ਦੇਖ ਰਿਹਾ ਪਰ ਤੇਰਾ ਨਾਨਕ ਤੇਰੇ ਕੋਲ ਆਉਂਦਾ ਨਹੀਂ, ਕੋਈ ਹੋਰ ਚੀਜ਼ ਆ। ਪਰ ਉਹ ਅੰਗਰੇਜ਼ੀ ਇੱਧਰੋਂ ਹਕੂਮਤ ਵਾਲਿਆਂ ਦਾ ਕੋਈ ਅਫਸਰ ਆਇਆ, ਉਹ ਕਹਿੰਦਾ ਮੈਂ ਦੇਖਦਾ। 4 ਘੰਟੇ ਉਹਨੇ ਅੰਦਰ ਜੇਲ੍ਹ ਕੱਟੀ ਆ। ਜੇਲ੍ਹ ਕੱਟ ਕੇ ਉਹਦੀ ਤੋਬਾ ਹੋ ਗਈ। ਕਾਲ ਕੋਠੜੀ ਦੇ ਵਿੱਚ ਨਾ ਸੂਰਜ, ਚਾਰੇ ਪਾਸੇ ਹਨੇਰਾ ਸੀ। ਉਹਨੇ ਫਿਰ ਉਹ ਕਹਿੰਦਾ ਮੇਰਾ ਜੀਸਸ ਮੇਰੇ ਨਾਲ ਆ, ਮੇਰਾ ਜੀਸਸ ਮੇਰਾ ਸਾਥ ਦਊ। ਪਰ ਖਾਲਸਾ ਜੀ ਜਦੋਂ ਦੇਖਿਆ ਗਿਆ ਉਹ ਕਹਿੰਦਾ ਵੀ ਮੇਰੇ ਤੋਂ 4 ਘੰਟੇ ਨਹੀਂ ਅੰਦਰ ਕੱਟੇ ਗਏ ਕਾਲ ਕੋਠੜੀ ਦੇ ਵਿੱਚ, ਮੇਰਾ ਜੀਸਸ ਮੇਰੇ ਨਾਲ ਨਹੀਂ, ਮੇਰਾ ਬਾਬਾ ਮੇਰੇ ਨਾਨਕ, ਤੇਰਾ ਨਾਨਕ ਤੇਰੇ ਨਾਲ ਆ। ਉਸ ਦਿਨ ਤੋਂ ਬਾਅਦ ਇਹ ਰਣਧੀਰ ਸਿੰਘ ਜੀ ਧੀਰੋ ਨੇ ਜਦੋਂ ਜੇਲ੍ਹਾਂ ਦੇ ਵਿੱਚ ਇਹਨਾਂ ਦੀ ਭਗਤ ਸਿੰਘ ਨਾਲ ਮੁਲਾਕਾਤ ਹੋਈ ਆ ਤੇ ਭਗਤ ਸਿੰਘ ਨੇ ਇਹਨਾਂ ਨੂੰ ਇੱਕ ਗੱਲ ਆਖੀ। ਕਹਿੰਦੇ ਜੇ ਭਗਤ ਸਿੰਘ ਕਹਿੰਦੇ ਬਾਬਾ ਜੀ ਜੇ ਮੇਰੀ ਤੁਹਾਡੇ ਨਾਲ ਪਹਿਲਾਂ ਮੁਲਾਕਾਤ ਹੁੰਦੀ ਤੇ ਮੈਂ ਵੀ ਅੱਜ ਸਾਬਤ ਸੂਰਤ ਹੁੰਦਾ। ਸਾਬਤ ਸੂਰਤ ਹੋਣ ਦੇ ਬਹੁਤ ਫਾਇਦੇ ਨੇ, ਕਿਉਂਕਿ ਖਾਲਸਾ ਜੀ ਜਿੰਨੀਆਂ ਵੀ ਜੰਗਾਂ ਲੜੀਆਂ ਨੇ ਸਿੰਘਾਂ ਨੇ ਲੜੀਆਂ ਨੇ, ਕਿਉਂਕਿ ਸਿੱਖਾਂ ਦੀ ਸਭ ਤੋਂ ਪਹਿਲੀ ਰਹਿਤ ਕੇਸ ਰੱਖਣੇ ਨੇ, ਸਾਬਤ ਸੂਰਤ ਬਣਨਾ, ਆਨੰਦਪੁਰੇ ਘਰ ਵੜਨਾ ਪੈਣਾ ਸਾਨੂੰ ਜੇ ਹੱਕ ਲੈਣੇ ਨੇ। ਤੇ ਹੁਣ ਇਹ ਮੋਰਚਾ ਜਿਹੜਾ ਕਿਸਾਨੀ ਦਾ ਸਾਡੇ ਬਜ਼ੁਰਗਾਂ ਨੇ ਸਾਨੂੰ ਖੇਤੀਬਾੜੀ ਬਾਰੇ ਦੱਸਦੇ ਨੇ, ਉਹਨਾਂ ਨੇ ਕਦੇ ਜੀਰੀ ਦੀ ਤਾਂ ਗੱਲੇ ਨਹੀਂ ਕਰੀ। ਅੱਜ ਅਸੀਂ ਆਉਂਦੇ ਗੱਲਾਂ ਕਰਦੇ ਸੀਗੇ ਵੀ ਹਾਂ ਆਪਣੇ ਬਾਪੂ ਨਹੀਂ ਕਹਿੰਦੇ ਸੀਗੇ ਅਸੀਂ ਕਪਾਹ ਢੋਈ ਆ, ਅਸੀਂ ਛੋਲੇ ਢੋਏ ਨੇ, ਅਸੀਂ ਮੂੰਗੀ ਮਾਹਾਂ ਦੀ ਦਾਲਾਂ ਅਸੀਂ ਇੱਥੇ ਬੀਜਦੇ ਸੀਗੇ। ਐਡੇ ਐਡੇ ਭੌਂਖੜੇ ਸੀਗੇ, ਐਡੇ ਐਡੇ ਕੰਡੇ ਸੀਗੇ, ਟਿੱਬੇ ਸੀਗੇ, ਪੱਧਰ ਕਰੇ ਨੇ। ਹੁਣ ਪੱਧਰ ਕਰਾਈਆਂ ਜ਼ਮੀਨਾਂ ਇਹਨਾਂ ਨੂੰ ਮਿਲ ਗਈਆਂ ਨੇ ਤੇ ਇੱਥੇ ਹੁਣ ਇਹ ਵੱਡੇ ਵੱਡੇ ਟੱਕ ਬਣਾ ਕੇ ਆਪਣਾ ਰਾਜ ਕਰਨਾ ਚਾਹੁੰਦੇ ਨੇ, ਕਿਉਂਕਿ ਪੰਜਾਬ ਹੁਣ ਇੱਕ ਇਕੱਲੀ ਖੇਤੀ ਸੀ। ਧਰਮ ਦਾ ਵੀ ਹਾਲ ਤੁਸੀਂ ਦੇਖਦੇ ਹੋ ਕੀ ਹੋ ਰਿਹਾ। ਕੱਲ ਦਰਬਾਰ ਸਾਹਿਬ ਦੇ ਵਿੱਚ ਕੱਲ ਕਿਰਪਾਨਾਂ ਚੱਲੀਆਂ ਨੇ, ਇਸ ਤੋਂ ਪਹਿਲਾਂ ਵੀ ਬਹੁਤ ਵਾਰ ਚੱਲ ਪਈਆਂ। ਤੇ ਹੁਣ ਖੇਤੀ ਦਾ ਵੀ ਤੁਸੀਂ ਦੇਖੋ ਕੀ ਹਾਲ ਹੋਣਾ। ਖੇਤੀ ਦੇ ਵਿੱਚ ਸਾਡੀਆਂ ਫਸਲਾਂ ਕੀ ਹਾਲ ਹੋ ਰਿਹਾ। ਕਦੇ ਕਹਿੰਦਾ ਤੁਹਾਡਾ ਮੌਇਸਚਰ ਨਹੀਂ ਆ ਰਿਹਾ, ਕਦੇ ਕਹਿੰਦਾ ਤੁਹਾਡੀ ਜੀਰੀ ਕਾਲੀ ਹੈ ਜੀ, ਇਹਦੇ ਪਰ ਗੜੇ ਪਏ ਹੋਏ ਨੇ। ਇਹ ਪਿਛਲੇ 2-3 ਸਾਲਾਂ ਤੋਂ ਚੱਲ ਰਿਹਾ ਹੈ ਡਰਾਮਾ। ਪਹਿਲਾਂ ਜਦੋਂ ਹੁਣ ਇਹਨਾਂ ਕੋਲ ਖਾਨਾ ਪੂਰਤੀ ਹੋ ਗਈ, ਹੁਣ ਕੀ ਆ ਜਿਹੜੇ ਸਭ ਤੋਂ ਵੱਡੀ ਇੱਕ ਹੋਰ ਸਾਡੇ ਕੋਲ ਘਾਟ ਆ ਕਿ ਵੀ ਇਹ ਹੋਰਾਂ ਪ੍ਰਦੇਸ਼ਾਂ ਦੀ ਜੀਰੀ ਇੱਥੇ ਸਾਡੇ ਕੋਲ ਲੈ ਕੇ ਆ ਰਹੇ ਨੇ ਤੇ ਸਾਡੇ ਕਿਸਾਨ ਉਹਨਾਂ ਦੀ ਵਿਰੋਧਤਾ ਕਰ ਰਹੇ ਨੇ। ਤੇ ਮਹਾਰਾਜ ਕਿਰਪਾ ਰੱਖਣ ਕਿ ਵੀ ਕੋਈ ਇਹੋ ਜਿਹੀ ਅਣਸੁਖਾਵੀ ਘਟਨਾ ਨਾ ਘਟੇ ਜਿਹਦੇ ਨਾਲ ਸਾਡਾ ਇਹ ਮੋਰਚਾ ਬਦਨਾਮ ਹੋਵੇ। ਤੇ ਨੌਜਵਾਨਾਂ ਨੂੰ ਇੱਕ ਬੇਨਤੀ ਹੈ ਵੀ ਜਿੰਨੇ ਵੀ ਇੱਥੇ ਆਏ ਨੇ ਆਪਣੇ ਪਿੰਡਾਂ ਦੇ ਵਿੱਚ ਜਾ ਕੇ ਸਾਰਿਆਂ ਨੂੰ ਇਹ ਗੱਲ ਕਹੀ ਜਾਵੇ ਵੀ ਭਾਈ ਸ਼ੰਭੂ ਜ਼ਰੂਰ ਹਾਜ਼ਰੀ ਲਵਾਓ। ਜ਼ਰੂਰੀ ਨਹੀਂ ਹੈਗਾ 500-500 ਬੰਦਾ ਲੈ ਕੇ ਆਉਣਾ ਹੈ, ਆਪਣੇ ਆਪਣੇ ਪਿੰਡ ਦੀ ਸੰਗਤ ਲੈ ਕੇ ਆਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।